ਸੋ ਭਲਿਓ ਆਪਣੇ ਰੱਬ ਦਾ ਸ਼ੁਕਰ ਕਰੀਏ। ਐਸਾ ਰੱਬ ਜਿਹੜਾ ਬੋਲਦਾ ਹੈ, ਗੱਲਾਂ ਕਰਦਾ ਹੈ ਤੇ ਸਾਨੂੰ ਉਸ ਦੀਆਂ ਗੱਲਾਂ ਨੂੰ ਸੁਣਨ ਦਾ ਮੌਕਾ ਮਿਲਦਾ ਹੈ। ਤੇ ਜੇਕਰ ਉਸ ਦੀਆਂ ਗੱਲਾਂ ਨੂੰ ਸੁਣਨ ਦਾ ਮੌਕਾ ਮਿਲਦਾ ਹੈ ਤੇ ਉਹਦੀਆਂ ਗੱਲਾਂ ਬੰਦਿਆਂ ਦੇ ਕਦਮਾਂ ਲਈ ਚਿਰਾਗ ਤੇ ਰਾਹ ਲਈ ਰੋਸ਼ਨੀ ਹੈ। ਤੇ ਇਹਨਾਂ ਗੱਲਾਂ ਨੂੰ ਮਰਕ 4 ਬਾਬ ਤੇ 3 ਚ ਲਿਖਿਆ ਹੈ, ਸੁਣੋ ਦੇਖੋ ਇੱਕ ਬੋਣ ਵਾਲਾ ਬੀਜ ਬੋਣ ਲਈ ਨਿਕਲਿਆ। ਉਹਦੀਆਂ ਗੱਲਾਂ ਬੀਜ ਵੀ ਹੈ ਤੇ ਲਿਖਿਆ ਇੱਕ ਬੋਣ ਵਾਲਾ ਬੀਜ ਬੋਣ ਲਈ ਨਿਕਲਿਆ। ਸੋ ਨਿਕਲਣ ਦੀ ਜ਼ਰੂਰਤ ਹੈ। ਤੇ 14 ਚ ਲਿਖਿਆ, ਇਸੇ ਦੀ 14 ਚ, ਕਿ ਬੀਜ ਖੁਦਾ ਦਾ ਕਲਾਮ ਹੈ। ਜ਼ਬੂਰ ਨਵੀਸ ਕਹਿੰਦਾ ਹੈ, ਬੀਜ ਦਾ ਚੁੱਕ ਕੇ ਜ਼ਖੀਰਾ ਤੇ ਰੋਂਦਾ ਹੋਇਆ ਜਾਂਦਾ ਹੈ, ਪਰ ਖੁਸ਼ੀ ਦੇ ਨਾਲ ਫਿਰ ਇੱਕ ਦਿਨ ਭਰੀਆਂ ਚੁੱਕ ਕੇ ਆਵੇਗਾ। ਕੰਮ ਤੇ ਮੁਸ਼ਕਲ ਹੈ, ਪਰੇਸ਼ਾਨੀ, ਟੈਨਸ਼ਨ ਹੈ, ਕਿਉਂਕਿ ਗਲਤੀ 4 ਬਾਬ 16 ਚ ਲਿਖਿਆ ਹੈ, ਸੱਚ ਬੋਲਣ ਦੇ ਸੋਭੋਂ ਕਹਿੰਦਾ ਮੈਂ ਤੁਹਾਡਾ ਦੁਸ਼ਮਣ ਬਣ ਗਿਆ। ਸੋ ਕਲਾਮ ਨੂੰ ਲੈ ਕੇ ਜਾਣਾ। ਜ਼ਬੂਰ 119 ਉਹਦੀ 160 ਚ ਲਿਖਿਆ, ਤੇਰੇ ਕਲਾਮ ਦਾ ਖੁਲਾਸਾ ਸਚਾਈ ਹੈ। ਅਮਸਾਲ 23 ਬਾਬ 16 ਚ ਲਿਖਿਆ, ਜਦੋਂ ਤੇਰੇ ਮੂੰਹ ਚੋਂ ਸੱਚੀਆਂ ਗੱਲਾਂ ਨਿਕਲਣਗੀਆਂ, ਰੱਬ ਕਹਿੰਦਾ ਮੈਂ ਤੇ ਮੇਰਾ ਦਿਲ ਤੇ ਹੂ ਸ਼ਾਦਮਾਨ। ਲੇਕਿਨ ਲੋਕ ਦੁਸ਼ਮਣ ਬਣਨਗੇ। ਇਹ ਕੰਮ ਤੇ ਵੀ ਫਿਰ ਹੋਵੇਗਾ। ਰੱਬ ਖੁਸ਼ ਹੋਏਗਾ, ਲੋਕ ਦੁਸ਼ਮਣ ਬਣਨਗੇ। ਫਿਰ ਰੱਬ ਤੁਹਾਡੇ ਲਈ ਕੀ ਕਰੇਗਾ? ਪਹਿਲਾ ਕਰੰਥੀਓ 16 ਬਾਬ ਉਹਦੀ 9 ਐਤ ਨੂੰ ਪੜ੍ਹੋ। ਰਸੂਲ ਕਹਿੰਦਾ, ਉਸਨੇ ਮੇਰੇ ਲਈ ਇੱਕ ਕਾਰਾਮਦ ਤੇ ਵਸੀ ਦਰਵਾਜ਼ਾ ਖੋਲ ਦਿੱਤਾ ਹੈ। ਮੁਖਾਲਫ ਬਹੁਤ ਨਹੀਂ ਕਹਿੰਦਾ, ਬਹੁਤ ਮੁਖਾਲਫ ਹੋ ਗਏ ਨੇ, ਪਰ ਉਸਨੇ ਮੇਰੇ ਲਈ ਇੱਕ ਦਰਵਾਜ਼ਾ ਖੋਲ ਦਿੱਤਾ ਹੈ, ਕਾਰਾਮਦ ਤੇ ਵਸੀ। ਆਓ ਉਹਦੇ ਦਰਵਾਜ਼ੇ ਉੱਤੇ ਯਕੀਨ ਕਰੀਓ, ਤੇਰੇ ਲਈ ਦਰਵਾਜ਼ਾ ਖੋਲੇਗਾ, ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ, ਤੁਹਾਡੀਆਂ ਸੋਚਾਂ ਤੋਂ, ਤੁਹਾਡੇ ਖਿਆਲਾਂ ਤੋਂ ਵੱਧ ਕੇ। ਇਫਸੀਓ 3 ਬਾਬ 20 ਤੇ 21 ਐਤ ਨੂੰ ਪੜ੍ਹੋ। ਕਹਿੰਦਾ ਤੁਹਾਡਾ ਰੱਬ ਕਾਦਰ ਹੈ, ਮਹੀਬ ਹੈ ਤੇ ਕੁਦਰਤ ਵਾਲਾ ਹੈ। ਤੁਹਾਡੀਆਂ ਸੋਚਾਂ ਤੋਂ, ਤੁਹਾਡੇ ਖਿਆਲਾਂ ਤੋਂ ਵੱਧ ਕੇ, ਤੁਹਾਡੀਆਂ ਸੋਚਾਂ ਤੋਂ, ਤੁਹਾਡੇ ਖਿਆਲਾਂ ਤੋਂ ਵੱਧ ਕੇ ਤੁਹਾਡੇ ਲਈ ਕਰਨ ਦੀ ਕੁਦਰਤ ਰੱਖਦਾ ਹੈ। ਪਰ ਕਹਿੰਦਾ ਕਲੀਸਿਆ ਦੇ ਵਿੱਚ ਤੇ ਮਸੀਹ ਯਸੂ ਵਿੱਚ ਪੁਸ਼ਤ ਦਰ ਪੁਸ਼ਤ ਤੇ ਅਬਦਲ ਆਬਾਦ, ਉਹ ਕਹਿੰਦਾ ਮੇਰੀ ਤਮਜੀਦ ਕਰੀ। ਅਸੀਂ ਬੰਦਿਆਂ ਦੀਆਂ ਤਮਜੀਦਾਂ ਕਰਨੇ, ਅਸੀਂ ਝੂਠੇ ਅੰਬੋਆਂ, ਗੁਰੂਆਂ, ਡਿਨੋਮੀਨੇਸ਼ਨਾਂ, ਟੋਲਿਆਂ ਦੀਆਂ ਤਮਜੀਦਾਂ ਕਰਦੇ ਹਾਂ। ਰੱਬ ਦੇ ਹੁਕਮ ਨੂੰ, ਬੀਜ ਨੂੰ ਛੱਡ ਕੇ ਤੇ ਕਹਾਣੀਆਂ ਸੁਣਾਉਣੇ ਆ। ਬੱਚੇ ਦਾ ਕੋਈ ਬਪਤਿਸਮਾ ਨਹੀਂ ਬਾਈਬਲ 'ਚ ਭਰਾਓ, ਇਹ ਤੇ ਝੂਠੀਆਂ ਤਨਜ਼ੀਮਾਂ ਦੀਆਂ ਆਪਣੀਆਂ ਕਹਾਣੀਆਂ ਹੈ। ਕਲਾਮ ਦਾ ਬੀਜ ਬੋਈਏ। ਕਲਾਮ ਦੇ ਵਿੱਚ ਯਿਸੂ ਮਸੀਹ ਨੇ ਆਖਿਆ ਜਿਹੜਾ ਈਮਾਨ ਲਿਆਵੇ ਉਹ ਬਪਤਿਸਮਾ ਲਵੇ। ਤੇ ਅਸੀਂ ਉਲਟ ਕੰਮ ਕਰਨੇ, ਉਲਟ। ਇਸੇ ਕਰਕੇ ਇਮਾਲ 20 ਬਾਬ 28 ਤੋਂ ਪੜ੍ਹੀਏ,
ਉੱਥੇ ਲਿਖਿਆ ਮਿਲਦਾ ਤੂੰ ਆਪਣੀ ਤੇ ਆਪਣੇ ਗੱਲੇ ਦੀ ਹਿਫਾਜ਼ਤ ਕਰਨੀ। ਰੂਲ ਕੁਦਸ ਨੇ ਤੈਨੂੰ ਨਿਗਹਿਬਾਨ ਠਹਿਰਾਇਆ, ਯਾਨੀ ਖੁਦਾ ਦੀ ਕਲੀਸਿਆ, ਜਿਹਨੂੰ ਕਹਿੰਦਾ ਖੂਨ ਦੇ ਨਾਲ ਮੁੱਲ ਲਿਆ। ਮੇਰੇ ਜਾਣ ਤੋਂ ਬਾਅਦ ਫਾੜਨ ਵਾਲੇ ਭੇੜੀਆਂ ਨੇ ਤੁਹਾਡੇ ਚ ਆਉਣਾ ਹੈ, ਜਿਨ੍ਹਾਂ ਨੇ ਉਲਟੀਆਂ ਗੱਲਾਂ ਕਰਨੀਆਂ ਨੇ। ਕਲਾਮ ਦੀਆਂ ਗੱਲਾਂ ਸਿੱਧੀਆਂ, ਲਿਖਿਆ ਏ ਤੁਹਾਡੇ ਵਿੱਚੋਂ ਲੋਕ ਉੱਠਣੇ ਨੇ ਜਿਨ੍ਹਾਂ ਬਘਿਆੜ ਬਣ ਜਾਣਾ ਹੈ ਤੇ ਉਲਟੀਆਂ ਗੱਲਾਂ ਕਰਨੀਆਂ ਨੇ। ਉਹ ਖੁਦਾ ਮਗਰ ਲੱਗਨੇ ਆ, ਅਸੀਂ ਸ਼ਾਗਿਰਦ ਬਣਨੇ ਆ। ਤੇ ਜਦੋਂ ਤਨਜ਼ੀਮਾਂ ਮਗਰ ਲੱਗ ਕੇ ਤੇ ਉਲਟੀਆਂ ਗੱਲਾਂ ਕਰਨੇ ਆ ਤੇ ਫਿਰ ਬਘਿਆੜ ਬਣਨੇ, ਬਘਿਆੜ। ਤੇ ਕਿਉਂ ਨਹੀਂ ਫਿਰ ਕਲਾਮ ਦੀਆਂ ਸਿੱਧੀਆਂ ਖਰੀਆਂ ਗੱਲਾਂ ਕਰੀਏ, ਰੱਬ ਖੁਸ਼ ਹੋਵੇ। ਯਰਮੀਆ 15 ਬਾਬ 19 ਤੇ 20 ਐਤ ਦੇ ਵਿੱਚ ਆਵਾਜ਼ ਹੈ ਕਿ ਅਗਰ ਤੂੰ ਬਾਜ਼ ਆਵੇਂ ਉਲਟੀਆਂ ਗੱਲਾਂ ਕਰਨ ਤੋਂ, ਅਗਰ ਤੂੰ ਬਾਜ਼ ਆਵੇਂ ਮੈਂ ਤੈਨੂੰ ਫੇਰ ਲਿਆਵਾਂਗਾ, ਤੂੰ ਮੇਰੇ ਹਜ਼ੂਰ ਖੜਾ ਹੋਵੇਂਗਾ। ਜੇ ਕਰਦੇ ਰਹੇ ਉਲਟੀਆਂ ਗੱਲਾਂ ਤੇ ਰੱਬ ਦੇ ਹਜ਼ੂਰ ਖੜੇ ਨਹੀਂ ਹੋ ਸਕਣਾ। ਕਿਉਂਕਿ ਪਹਿਲਾ ਕਰੰਥੀਓ ਯਰਮੀਆ 15 ਬਾਬ 19 ਤੇ 20 ਐਤ ਤੇ ਜਾਂਦੇ ਆ। ਸੋ ਖੁਦਾ ਦੇ ਕਲਾਮ ਨੂੰ ਪੜ੍ਹੀਏ ਤੇ ਫਿਰ ਲਿਖਿਆ ਮਿਲਦਾ ਹੈ। ਪਹਿਲਾ ਕਰੰਥੀਓ 9 ਬਾਬ ਨੂੰ ਉਹਦੀਆਂ ਪਹਿਲੀਆਂ 2 ਐਤਾਂ ਪੜ੍ਹੀਏ ਨਾ, ਪਹਿਲਾਂ ਉਲਟੀਆਂ ਗੱਲਾਂ ਕਰਨ ਵਾਲਾ ਖੁਦ ਵੀ ਸੀ, ਪਰ ਕਹਿੰਦਾ ਹੁਣ ਮੈਂ ਆਜ਼ਾਦ ਹੋ ਗਿਆ, ਮੈਂ ਯਿਸੂ ਨੂੰ ਵੇਖ ਲਿਆ ਜਿਹੜਾ ਸਾਡਾ ਖੁਦਾਵੰਦ ਹੈ। ਤੇ ਕਹਿੰਦਾ ਕਿਆ ਤੁਸੀਂ ਖੁਦਾਵੰਦ ਦੇ ਵਿੱਚ ਮੇਰੇ ਬਣਾਏ ਹੋਏ ਨੇਗੇ। ਹੁਣ ਪਹਿਲਾਂ ਕਲੀਸਿਆ ਨੂੰ ਵਿਗਾੜਦਾ ਸੀ ਤੇ ਹੁਣ ਬਣਾਉਂਦਾ ਪਿਆ। ਕਿਆ ਕਹਿੰਦਾ ਖੁਦਾਵੰਦ ਦੇ ਵਿੱਚ ਤੁਸੀਂ ਮੇਰੇ ਬਣਾਏ ਹੋਏ ਨੇਗੇ। ਅਗਰ ਕਹਿੰਦਾ ਮੈਂ ਹੋਰ ਵਾਲੀ ਰਸੂਲ ਨਹੀਂ ਤੇ ਬੇਸ਼ੱਕ ਤੁਹਾਡੇ ਲਈ ਤੇ ਰਸੂਲ ਹੈਗਾ। ਉਹਨੇ ਉਲਟੀਆਂ ਗੱਲਾਂ ਕਰਨੀਆਂ ਛੱਡੀਆਂ, ਉਹ ਰਸੂਲ ਬਣ ਗਿਆ। ਯਰਮੀਆ 15 ਬਾਬ 19 ਤੇ 20 ਐਤ ਨੂੰ ਪੜ੍ਹੀਏ ਤਾਂ ਉੱਥੇ ਲਿਖਿਆ ਮਿਲਦਾ ਹੈ ਕਿ ਅਗਰ ਤੂੰ ਬਾਜ਼ ਆਵੇਂ ਮੈਂ ਤੈਨੂੰ ਫੇਰ ਲਿਆਵਾਂਗਾ, ਤੂੰ ਮੇਰੇ ਹਜ਼ੂਰ ਖੜਾ ਹੋਵੇਂਗਾ। ਤੇ ਜਿਸ ਵੇਲੇ ਤੂੰ ਲਤੀਫ ਨੂੰ ਕਸੀਫ ਤੋਂ ਜਦਾ ਕਰੇਗਾ। ਇੱਕ ਬੰਨੀ ਲਤੀਫ ਗੱਲਾਂ, ਖੁਦਾ ਦੇ ਮੂੰਹ ਦੀਆਂ ਗੱਲਾਂ, ਜਿਨ੍ਹਾਂ ਦੇ ਬਾਰੇ ਅਮਸਾਲ 22 ਬਾਬ 19 ਐਤ ਤੋਂ ਪੜ੍ਹਨਾ ਸ਼ੁਰੂ ਕਰੀਏ ਤੇ ਲਿਖਿਆ ਮਿਲਦਾ ਹੈ ਤੇਰਾ ਤਵੱਕਲ ਖੁਦਾਵੰਦ ਦੇ ਉੱਤੇ ਹੋਵੇ। ਤੇ ਅੱਜ ਦੇ ਦਿਨ ਕਹਿੰਦਾ ਮੈਂ ਗੱਲ ਤੈਨੂੰ ਜਤਾ ਕੇ ਦੱਸਣਾ। ਤੇ ਰੱਬ ਬੰਦੇ ਨੂੰ ਕਹਿੰਦਾ ਮੈਂ ਤੇਰੇ ਲਈ ਇਲਮ ਦੀਆਂ ਗੱਲਾਂ, ਮਸ਼ਵਰਤ ਦੀਆਂ ਗੱਲਾਂ ਤੇ ਲਤੀਫ ਗੱਲਾਂ, ਇਲਮ ਦੀਆਂ ਗੱਲਾਂ, ਮਸ਼ਵਰਤ ਦੀਆਂ ਗੱਲਾਂ ਤੇ ਲਤੀਫ ਗੱਲਾਂ ਇਸ ਕਰਕੇ ਲਿਖੀਆਂ ਨੇ ਤਾਂ ਕਿ ਸੱਚਾਈ ਦੀ ਹਕੀਕਤ ਨੂੰ ਤੇਰੇ ਉੱਤੇ ਜ਼ਾਹਰ ਕਰਾਂ ਤੇ ਤੂੰ ਸੱਚੀਆਂ ਗੱਲਾਂ ਨੂੰ ਹਾਸਲ ਕਰੇ। ਫਿਰ ਆਪਣੇ ਭੇਜਣ ਵਾਲੇ ਦੇ ਕੋਲ ਵਾਪਸ ਚਲਾ ਜਾਵੇ। ਪਰ ਲਤੀਫ ਗੱਲਾਂ ਨੂੰ ਹਾਸਲ ਕਰੇ। ਲਤੀਫ ਗੱਲਾਂ ਨੂੰ ਕਸੀਫ ਤੋਂ ਯਰਮੀਆ 15 ਬਾਬ 19 ਐਤ 'ਚ ਲਿਖਿਆ ਅਗਰ ਤੂੰ ਬਾਜ਼ ਆਵੇਂ, ਕਿਉਂਕਿ ਤੂੰ ਮਿਕਸਿੰਗ ਚੱਲਣਾ ਹੈ। ਜਦੋਂ ਕੋਈ ਲੂੰਬੜੀਆਂ ਬਘਿਆੜ ਆਉਂਦੇ ਤੂੰ ਕਹਿਣਾ ਇਹ ਵੀ ਠੀਕ ਆ, ਇਹ ਲੂੰਬੜੀਆਂ ਵੀ ਠੀਕ ਹੈ, ਬਘਿਆੜ ਵੀ ਠੀਕ ਹੀ ਹੈ। ਤੀਤਸ ਪਹਿਲਾ ਬਾਬ 10 ਤੇ 11 'ਚ ਲਿਖਿਆ ਹੈ ਬਹੁਤ ਸਾਰੇ ਲੋਕ ਸਰਕਸ਼ ਨੇ, ਬਹੂਦਾ ਗੋ ਨੇ, ਦਗਾਬਾਜ਼ ਨੇ, ਖਾਸ ਕਰ ਮਖਤੂਨਾਂ ਦੇ ਵਿੱਚੋਂ। ਇਹਨਾਂ ਦਾ ਮੂੰਹ ਬੰਦ ਕਰਨਾ ਚਾਹੀਏ। ਇਹ ਲੋਕ ਨਜਾਇਜ਼ ਨਫਾ ਦੀ ਖਾਤਰ ਨਸ਼ਾਇਸ਼ਤਾ ਗੱਲਾਂ ਸਿਖਾ ਕੇ ਘਰਾਂ ਦੇ ਘਰ ਤਬਾਹ ਕਰੀ ਆਉਂਦੇ ਨੇ। ਤੇ ਜਦੋਂ ਘਰਾਂ ਨੂੰ ਤਬਾਹ ਕਰਨ ਵਾਲੇ ਆਉਂਦੇ ਨੇ, ਨਸ਼ਾਇਸ਼ਤਾ ਗੱਲਾਂ ਸਿਖਾਉਣ ਵਾਲੇ ਆਉਂਦੇ ਨੇ, ਅਸੀਂ ਕਹਿੰਦੇ ਜੀ ਇਹ ਵੀ ਠੀਕ ਹੀ ਹੈ ਵੀ। ਇਸੇ ਕਰਕੇ
यरमिया 15 बाप ਉਹਦੀ 19 ਚ ਲਿਖਿਆ, ਅਗਰ ਤੂੰ ਬਾਜ਼ ਆਵੇਂ ਮੈਂ ਤੈਨੂੰ ਫੇਰ ਲਿਆਵਾਂਗਾ, ਤੂੰ ਮੇਰੇ ਹਜ਼ੂਰ ਖੜਾ ਹੋਵੇਂਗਾ। ਜਿਸ ਵੇਲੇ ਤੂੰ ਲਤੀਫ ਨੂੰ ਕਸੀਫ ਤੋਂ ਜਦਾ ਕਰੇਗਾ, ਰੱਬ ਉਸ ਵੇਲੇ ਬੰਦੇ ਨੂੰ ਕਹਿੰਦਾ ਹੈ ਤੂੰ ਮੇਰਾ ਮੂੰਹ ਬਣ ਜਾਏਗਾ। ਇਹ ਲੂਮਣੀਆਂ ਬਘਿਆੜ ਇਹ ਤੇਰੀ ਤਰਫ ਫਿਰਨ, ਤੂੰ ਨਾ ਇਹਨਾਂ ਦੀ ਤਰਫ ਫਿਰ ਕੇ ਤੇ ਲੂਮੜੀ ਤੇ ਬਘਿਆੜ ਬਣ ਜਾਈ। ਇਹ ਲੂਮੜੀਆਂ ਤੇ ਬਘਿਆੜ ਤੇਰੀ ਤਰਫ ਫਿਰਨ, ਤੂੰ ਇਹਨਾਂ ਦੀ ਤਰਫ ਫਿਰੀ ਨਾ, ਤੇ ਮੈਂ ਤੈਨੂੰ ਇਹਨਾਂ ਦੇ ਮੁਕਾਬਲ ਪਿੱਤਲ ਦੀ ਮਜ਼ਬੂਤ ਦੀਵਾਰ ਬਣਾ ਦਿਆਂਗਾ। ਇਹ ਤੇਰੇ ਨਾਲ ਲੜਨਗੇ ਪਰ ਗਾਲਬ ਨਹੀਂ ਆਉਣਗੇ, ਕਿਉਂਕਿ ਛਡਾਉਣ ਲਈ ਉਹ ਕਹਿੰਦਾ ਛਡਾਉਣ ਲਈ ਮੈਂ ਤੇਰੇ ਨਾਲ ਹੋਵਾਂਗਾ। ਤੇ ਆਓ ਫਿਰ ਲੂਕਾ ਪਹਿਲਾ ਬਾਪ ਪਹਿਲੀ ਐ ਚ ਲਿਖਿਆ, ਹੁਣ ਬਹੁਤ ਸਾਰੇ ਲੋਕਾਂ ਨੇ ਕਮਰ ਨੂੰ ਬੰਨ ਲਿਆ ਹੈ ਕਿ ਜਿੱਦਾਂ ਤਰਤੀਬਵਾਰ ਕਲਾਮ ਹੈ ਉਸ ਤਰ੍ਹਾਂ ਬਿਆਨ ਕੀਤਾ ਜਾਵੇ, ਰੱਬ ਨੂੰ ਖੁਸ਼ ਕੀਤਾ ਜਾਵੇ, ਸਾਰੀ ਦੁਨੀਆ ਪਾਉਣ ਦੁਸ਼ਮਣ ਹੋ ਜਾਏ। ਤੇ ਆਓ ਫਿਰ ਰੱਬ ਨੂੰ ਰਾਜ਼ੀ ਕਰ ਲਈਏ, ਕਲਾਮ ਦੇ ਬੀਜ ਨੂੰ ਬੋਲੀਏ, ਅੱਛਾ ਫੈਸਲਾ ਕਰੀਏ। ਪਹਿਲਾ ਕਰੰਥੀਓ 3 ਬਾਬ 9 ਦੇ ਵਿੱਚ ਰਸੂਲ ਕਹਿੰਦਾ, ਅਸੀਂ ਖੁਦਾ ਦੇ ਨਾਲ ਅਸੀਂ ਤਨਜ਼ੀਮਾਂ ਨਾਲ ਮਿਲਣੇ ਆ, ਉਹ ਜਿਹੜੀਆਂ ਕਹਿੰਦੀਆਂ ਜਾਓ ਜਾ ਕੇ ਬੱਚੇ ਨੂੰ ਬਪਤਿਸਮਾ ਦਿਓ, ਤੇ ਅਸੀਂ ਇਦਾਂ ਹੀ ਫਿਰ ਕਰਨੇ ਆ। ਲੇਕਿਨ ਰਸੂਲ ਕਹਿੰਦਾ ਹੈ ਪਹਿਲਾ ਕਰੰਥੀਓ 3 ਬਾਬ 9 ਵਿੱਚ, ਅਸੀਂ ਖੁਦਾ ਦੇ ਨਾਲ ਮਿਲ ਕੇ ਕਹਿੰਦਾ ਕੰਮ ਕਰਨ ਵਾਲੇ ਆ, ਤੇ ਦੁਨੀਆ ਨੂੰ ਕਹਿੰਦਾ ਤੁਸੀਂ ਖੁਦਾ ਦੀ ਖੇਤੀ ਤੇ ਇਮਾਰਤ ਹੋ। ਆਓ ਖੁਦਾ ਨਾਲ ਮਿਲ ਕੇ ਕੰਮ ਕਰੀਏ, ਕਲਾਮ ਦੇ ਬੀਜ ਨੂੰ ਬੋਈਏ। ਕੰਮ ਮੁਸ਼ਕਲ ਹੈ, ਕਿਉਂਕਿ ਲਿਖਿਆ ਬੀਜ ਦਾ ਚੁੱਕ ਕੇ ਜ਼ਖੀਰਾ ਰੋਂਦਾ ਹੋਇਆ ਜਾਂਦਾ ਹੈ, ਪਰ ਖੁਸ਼ੀ ਦੇ ਨਾਲ ਇੱਕ ਦਿਨ ਭਰੀਆਂ ਚੁੱਕ ਕੇ ਆਵੇਗਾ। ਇਹ ਵੇਲੇ, ਇਹ ਦਿਹਾੜੇ, ਇਹ ਮੌਕੇ ਬਾਰ-ਬਾਰ ਨਹੀਂ ਆਉਣੇ, ਕਿਉਂਕਿ ਪਹਿਲਾ ਕਰੰਥੀਓ 9 ਬਾਬ 16 ਚ ਲਿਖਿਆ, ਅਗਰ ਮੈਂ ਖੁਸ਼ਖਬਰੀ ਸੁਣਾਉਣਾ ਹੈ ਫਿਰ ਵੀ ਫਖਰ ਨਾ ਕਰਾਂ, ਤੇ ਜੇ ਨਹੀਂ ਸੁਣਾਉਂਦਾ ਤੇ ਲਿਖਿਆ, ਬੰਦਿਆ ਤੇਰੇ ਉੱਤੇ ਅਫਸੋਸ, ਤੈਨੂੰ ਮੈਂ ਜ਼ਬਾਨ ਦਿੱਤੀ। ਖੁਦਾ ਦਾ ਬੰਦਾ ਦਾਊਦ ਕਹਿੰਦਾ ਹੈ, ਖੁਦਾ ਦੇ ਨਾਂ ਦੀ ਇਹ ਜ਼ਬਾਨ ਤਦ ਕਰੇਗੀ ਤਾਰੀਫ ਬਿਆਨ, ਸ਼ੁਕਰਾਨੇ ਮੈਂ ਮਨਾਵਾਂਗਾ ਤੇ ਬਜ਼ੁਰਗੀ ਉਸ ਦੀ। ਆਓ ਫਿਰ ਉਸ ਦੀ ਬਜ਼ੁਰਗੀ ਵਿੱਚ ਆਪਣੀ ਜ਼ਬਾਨ ਨੂੰ ਖੋਲ ਦਈਏ, ਚੰਗੇ ਰਹਿ ਜਾਗੇ। ਖੁਦਾਵੰਦ ਤੇਰਾ ਖਾਦਮ ਹੁੰਦੇ ਆ, ਜਿਹੜਾ ਕਲਾਮ ਤੂੰ ਮੈਨੂੰ ਦਿੱਤਾ, ਉਸ ਕਲਾਮ ਨੂੰ ਪੂਰੀ ਦਿਆਨਦਾਰੀ ਨਾਲ ਮੈਂ ਤੇਰੇ ਲੋਕਾਂ ਤੱਕ ਪਹੁੰਚਾਇਆ। ਹੁਣ ਖੁਦਾਵੰਦ ਤੂੰ ਬੰਦ ਜ਼ਬਾਨਾਂ ਨੂੰ ਖੋਲ, ਤੇਰੇ ਲੋਕਾਂ ਦੇ ਅੰਦਰ ਦਲੇਰੀ ਦੀ ਰੂਹ ਆਵੇ, ਤੇਰੇ ਲੋਕ ਕਮਰ ਨੂੰ ਕੱਸਣ ਤੇ ਜਿੱਦਾਂ ਤਰਤੀਬਵਾਰ ਕਲਾਮ ਹੈ ਉਸ ਨੂੰ ਬਿਆਨ ਕਰਨ, ਆਪ ਬਚਣ, ਲੋਕਾਂ ਨੂੰ ਬਚਾਉਣ, ਆਪਣੇ ਈਮਾਨ ਦੇ ਮਕਸਦ ਨੂੰ ਜਾਣਨ ਕਿ ਸਾਡੇ ਈਮਾਨ ਦਾ ਮਕਸਦ ਰੂਹਾਂ ਦੀ ਨਿਜਾਤ ਹੈ, ਰੂਹਾਂ ਨੂੰ ਤਬਾਹ ਕਰਨਾ ਨਿਗਾ, ਤੇ ਤੇਰੇ ਜਲਾਲ ਲਈ ਤੇਰੇ ਲੋਕਾਂ ਦਾ ਬਦਨ ਇਸਤੇਮਾਲ ਹੋਵੇ। ਤੇਰੇ ਲੋਕਾਂ ਦਾ ਮੂੰਹ ਜਦੋਂ ਕਲਾਮ ਦੀਆਂ ਸੱਚੀਆਂ ਗੱਲਾਂ ਕਰੇ, ਤੂੰ ਖੁਸ਼ ਹੋਵੇ, ਤੇਰਾ ਦਿਲ ਸ਼ਾਦਮਾਨ ਹੋਵੇ। ਸਭ ਕੁਝ ਮੰਗਣਾ ਹੈ ਯਿਸੂ ਦੇ ਅਜ਼ੀਮ ਤੇ ਜਲਾਲੀ ਨਾਂ ਦਾ ਵਾਸਤਾ ਦੇ ਕੇ, ਆਮੀਨ। ਤੇ ਉਹ ਭਲਿਓ ਇਸ ਕਲਾਮ ਨੂੰ ਲਾਈਕ ਕਰਿਓ, ਬੈਲ ਦਾ ਬਟਨ ਦਬਾਇਓ, ਤਾਂ ਕਿ बर वक्त खुदा ਦਾ ਕਲਾਮ ਤੁਹਾਡੇ ਤੱਕ ਪਹੁੰਚੇ, ਤੁਸੀਂ ਬਰਕਤ ਪਾਉਂਦੇ ਰਹੋ। ਖੁਦਾ ਤੈਨੂੰ ਬਰਕਤ ਦੇਵੇ।